Hello, everybody. I am Amarjeet Sidhu, motivational speaker and IELTS trainer. Now, today also, I will continue with listening strategies. Students, if you want to be comfortable on exam day and during your listening test, so what you have to do? You have to listen a lot. I mean, before you take up this IELTS exam, you have to do lot of practice. ਤੁਸੀਂ ਕੀ ਕਰਨਾ ਹੈ? एग्ज़ाम तो पहला काफ़ी दिन पहला 1 month or 2 months before you take up IELTS exam, ਤੁਸੀਂ ਲਿਸਨਿੰਗ ਸਟਾਰਟ ਕਰਨੀ ਹੈ। ਇੰਗਲਿਸ਼ ਸੁਣੋ ਐਟਲੀਸਟ 1 hour. It may be from radio, television, or from any source. Whatever you can have. ਜਦੋਂ ਤੁਸੀਂ ਲਿਸਨਿੰਗ ਸਟਾਰਟ ਕਰੋਗੇ, ਸੁਣੋਗੇ ਰੋਜ਼, ਦੈਨ ਤੁਸੀਂ ਕੰਫਰਟੇਬਲ ਹੋ ਜਾਓਗੇ ਇੰਗਲਿਸ਼ ਨਾਲ। ਸੋ ਜਿਸ ਦਿਨ ਐਗਜ਼ਾਮ ਹੋਏਗਾ, ਯੂ ਵਿਲ ਨਾਟ ਫੇਸ ਐਨੀ ਪ੍ਰੋਬਲਮ ਐਟ ਆਲ। ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਦੂਸਰਾ ਹੈ, ਐਗਜ਼ਾਮ ਵਾਲੇ ਦਿਨ ਤੁਸੀਂ ਕੀ ਰਹਿਣਾ ਹੈ? You have to remain calm. ਤੁਹਾਡੀ ਲਿਸਨਿੰਗ ਐਗਜ਼ਾਮ ਸਟਾਰਟ ਹੋ ਗਿਆ, you are in examination hall. You take a long breath, ਇੱਕ ਲੰਬਾ ਜਿਹਾ ਸਾਹ ਲਓ ਔਰ keep calm, ਆਪਣੇ ਦਿਮਾਗ ਨੂੰ ਠੰਡਾ ਰੱਖੋ so that ਜਦੋਂ ਤੁਸੀਂ ਕਾਮ ਰਹੋਗੇ, ਸ਼ਾਂਤ ਰਹੋਗੇ, ਤੁਹਾਡਾ ਦਿਮਾਗ ਸ਼ਾਂਤ ਰਹੇਗਾ, then you will be able to give your best. ਤੁਸੀਂ ਬਹੁਤ ਵਧੀਆ ਕਰ ਸਕੋਗੇ। ਜੇ ਤੁਸੀਂ ਸਟ੍ਰੈਸ ਰਹੋਗੇ, ਤੁਹਾਨੂੰ ਆਉਂਦਾ ਵੀ ਹੋਏਗਾ, you will not be able to give your best. ਇਹ ਤਾਂ ਰਹੀ ਐਗਜ਼ਾਮ ਵਾਲੇ ਦਿਨ ਦੀ ਗੱਲ। Now, ਜਿਵੇਂ ਤੁਹਾਨੂੰ ਐਗਜ਼ਾਮੀਨਰ ਕਹਿੰਦਾ ਹੈ, you can open your test booklet. ਤੁਸੀਂ ਆਪਣੀ ਟੈਕਸਟ ਬੁੱਕਲੈਟ ਤੁਹਾਨੂੰ ਪਰਮਿਸ਼ਨ ਦਿੰਦਾ ਹੈ ਕਿ ਤੁਸੀਂ ਟੈਸਟ ਬੁੱਕਲੈਟ ਖੋਲ੍ਹ ਲਓ। then immediately, without losing time, without wasting time, ਤੁਸੀਂ ਕੀ ਕਰਨਾ ਹੈ? ਜਿੰਨਾ ਵੀ ਤੁਹਾਨੂੰ ਟਾਈਮ ਮਿਲਿਆ ਹੈ, you go through the entire question paper. ਜਿੰਨਾ ਜਲਦੀ ਹੋ ਸਕਦਾ ਹੈ ਉਹਨੂੰ ਤੁਸੀਂ ਪੜ੍ਹਨਾ ਹੈ। you have to go through it, ਜਿਹੜਾ ਲਿਸਨਿੰਗ ਵਾਲਾ ਹੈ। ਔਰ ਜਦੋਂ ਤੁਸੀਂ ਕੁਐਸਚਨਸ ਪੜ੍ਹ ਰਹੇ ਹੋ, when you are going through the questions, ਤੁਸੀਂ ਕੀ ਕਰਨਾ ਹੈ? what you have to do, you underline the important keywords in a question. ਔਰ ਆਨਸਰਸ 'ਚ ਵੀ ਜਿਹੜੇ ਕੀਵਰਡਸ ਨੇ ਉਹਨਾਂ ਨੂੰ ਅੰਡਰਲਾਈਨ ਕਰ ਲਓ। or you have to anticipate. ਤੁਸੀਂ ਐਂਟੀਸਿਪੇਟ ਕਰਨਾ ਹੈ ਕਿ what type of information you are going to listen with the help of the keywords in the question. means ਤੁਸੀਂ ਗੈਸ ਕਰ ਸਕਦੇ ਹੋ ਕਿ ਇਹਦਾ ਆਨਸਰ ਕੀ ਹੋਏਗਾ। so you listen properly. ਔਰ ਜਦੋਂ ਤੁਸੀਂ ਇੱਕ ਕੁਐਸਚਨ ਕਰ ਰਹੇ ਹੋ
ਤਾਂ ਦੂਸਰੇ ਕੁਐਸਚਨ ਦਾ ਜਿਹੜਾ ਕੀਵਰਡ ਹੈ, ਦੂਸਰਾ ਕੁਐਸਚਨ ਦਾ ਜਿਹੜਾ ਸਬਜੈਕਟ ਮੈਟਰ ਹੈ, ਉਹ ਵੀ ਤੁਹਾਡੇ ਦਿਮਾਗ 'ਚ ਹੋਣਾ ਚਾਹੀਦਾ ਹੈ। ਕਿਉਂਕਿ ਕਈ ਵਾਰ ਜਿਹੜੇ ਕੁਐਸਚਨ ਦੇ ਆਨਸਰਸ ਹੈ ਉਹ ਨਾਲ ਦੀ ਨਾਲ ਆ ਜਾਂਦੇ ਨੇ। ਸੋ ਜਿਹੜੇ ਅਗਲੇ ਵਾਲੇ ਕੁਐਸਚਨਸ ਵੀ ਹੈ ਵਿਦ ਦਾ ਹੈਲਪ ਆਫ ਦਾ ਕੀਵਰਡਸ, ਤੁਸੀਂ ਉਹਨਾਂ ਨੂੰ ਸੁਣੋ। और अगर कोई क्वेश्चन रह गया, रिमेन काम, यूज गैस वर्क। विद द हेल्प ऑफ द कीवर्ड यू कैन यूज कीवर्ड, यू कैन गेट द आंसर। ਤੁਸੀਂ ਸਿਰਫ ਇੱਕ ਚਿੰਤਾ ਨਹੀਂ ਕਰਦੇ ਰਹਿਣੀ ਕਿ ਮੇਰਾ ਇਹ ਰਹਿ ਗਿਆ ਕੁਐਸਚਨ। ਅਗਰ ਤੁਸੀਂ ਉਹਦੇ ਸੋਚਦੇ ਰਹੋਗੇ then you can skip 2 3 4 5 questions। ਫਿਰ ਤੁਸੀਂ ਉਹਦੇ ਸਪੀਕਰ ਨਾਲ ਨਹੀਂ ਰਲ ਪਾਓਗੇ। ਆਪਾਂ ਸਪੀਕਰ ਤੋਂ ਅੱਗੇ ਅੱਗੇ ਚੱਲਣਾ ਹੈ, ਠੀਕ ਹੈ। ਨੈਕਸਟ ਹੈ ਸਰਟਨ ਵਰਡਸ। ਉਹ ਮੈਂ ਤੁਹਾਨੂੰ ਜਿਹੜੇ ਕੁਝ ਸਰਟਨ ਵਰਡਸ ਨੇ, ਇੰਪੋਰਟੈਂਟ ਵਰਡਸ, ਜਿਹੜਾ ਕਿ ਐਗਜ਼ਾਮੀਨਰ ਸਪੀਕਰ ਜਿਹੜਾ ਹੈ ਯੂਜ਼ ਕਰਦਾ ਹੈ ਜਦੋਂ ਉਹਨੇ ਕੋਈ ਟੌਪਿਕ ਚੇਂਜ ਕਰਨਾ ਹੁੰਦਾ ਹੈ ਜਾਂ ਕੋਈ ਕੁਐਸਚਨ ਚੇਂਜ ਕਰਨਾ ਹੁੰਦਾ ਹੈ, ਤਾਂ ਉਹ ਇੱਕ ਸਰਟਨ ਵਰਡਸ ਨੇ ਜਿਹੜੇ ਉਹ ਯੂਜ਼ ਕਰਦਾ ਹੈ। ਮੋਸਟ ਪ੍ਰੋਬੇਬਲੀ ਉਹ ਉਸ ਟਾਈਪ ਦੇ ਹੀ ਵਰਡਸ ਯੂਜ਼ ਕਰਦਾ ਹੈ ਜਦੋਂ ਉਹਨੇ ਨੈਕਸਟ ਕੁਐਸਚਨ 'ਤੇ ਮੂਵ ਕਰਨਾ ਹੁੰਦਾ ਹੈ। ਉਹ ਮੈਂ ਤੁਹਾਨੂੰ ਨੈਕਸਟ ਵੀਡੀਓ 'ਚ ਦੱਸੂਗਾ। ਦੂਸਰੀ ਗੱਲ ਇਹ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹੁਣ ਉਹ ਜਿਹੜਾ ਐਗਜ਼ਾਮੀਨਰ ਹੈ ਨੈਕਸਟ ਕੁਐਸਚਨ 'ਤੇ ਮੂਵ ਕਰ ਗਿਆ ਹੈ। ਇਹ ਨਾ ਹੋਵੇ ਕਿ ਤੁਸੀਂ ਹਜੇ 26 ਕੁਐਸਚਨ 'ਤੇ ਪਹੁੰਚ ਗਏ ਹੋ ਨਾ, ਉਹ ਜਿਹੜਾ ਹੈ ਅੱਗੇ 31 32 ਕੁਐਸਚਨ 'ਤੇ ਪਹੁੰਚ ਗਿਆ ਹੈ। ਤੁਸੀਂ ਉਹਦੇ ਨਾਲ ਨਾਲ ਚੱਲਣਾ ਹੈ। ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਉਹ ਹੁਣ ਨੈਕਸਟ ਕੁਐਸਚਨ 'ਤੇ ਮੂਵ ਕਰ ਗਿਆ ਹੈ। ਦਿਸ ਵਿਲ ਕਮ ਓਨਲੀ ਵਿਦ ਪ੍ਰੈਕਟਿਸ। ਇਹ ਜਿਹੜਾ ਹੈਗਾ ਤੁਹਾਨੂੰ ਪ੍ਰੈਕਟਿਸ ਨਾਲ ਹੀ ਆਏਗਾ। this one regarding listening test. One more important thing is you learn different accents. फिर ਤੁਸੀਂ ਇਹ ਵੀ ਲਰਨ ਕਰਨਾ ਹੈ ਕਿ ਸਟ੍ਰੈਸ ਪੈਟਰਨ, ਜਦੋਂ ਉਹ ਕਿਸੇ ਵਰਡ 'ਤੇ ਸਟ੍ਰੈਸ ਕਰਦਾ ਹੈ ਜਾਂ ਕਿਸੇ ਵਰਡ ਨੂੰ ਰਿਪੀਟ ਕਰਦਾ ਹੈ, it means that particular word is very important. It may be the answer. So this is all about today's strategies regarding listening. In my next video also I will continue with the with listening strategies. So finally I want to request you all that you support my channel, you subscribe it and press the like button and comment in the comment box what type of things you like to listen in these videos. Thank you very much.